ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਸਟਰਮਾਈਂਡ 2019 ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡੇ ਦਰਸ਼ਕਾਂ ਦੀ ਬਹੁਤ ਲੰਬੀ ਮੰਗ ਤੋਂ ਬਾਅਦ, ਬੜੀ ਮਿਹਨਤ ਕਰਨ ਤੋਂ ਬਾਅਦ ਸਿੱਖ ਚੈਨਲ ਵੱਲੋਂ ਇਹ ਨਵਾਂ 2019 ਵਾਲਾ ਮਾਸਟਰਮਾਈਂਡ ਸ਼ੋਅ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਇਹਦੇ ਲਈ ਸਾਡੇ ਕੋਲ ਜਿਹੜੇ ਸਾਡੇ ਸਪਾਂਸਰਸ ਨੇ, ਮੈਂ ਉਹਨਾਂ ਦੀ ਗੱਲ ਪਹਿਲਾਂ ਕਰਾਂ। ਜਿਹੜਾ ਪਹਿਲਾ ਪ੍ਰਾਈਜ਼ ਹੈ ਉਹ ਟਰੈਵਲ UK ਵੱਲੋਂ ਹੈ। ਉਹਦੇ ਵਿੱਚ ਜਿਹੜਾ ਜੇਤੂ ਹੋਏਗਾ, ਫਸਟ ਪ੍ਰਾਈਜ਼ ਜਿਹੜਾ ਹੈ ਉਹਨੂੰ ਇੰਡੀਆ ਦੀ ਇੱਕ ਜਿਹੜੀ ਟਿਕਟ ਹੈ ਉਹ ਦਿੱਤੀ ਜਾਏਗੀ। ਦੂਸਰਾ ਇਨਾਮ ਆ ਜਿਹੜਾ ਹੈ ਉਹ RGB ਕੰਪਨੀ ਵੱਲੋਂ 50 ਇੰਚ ਦਾ ਮਾਡਰਨ ਟੈਲੀਵਿਜ਼ਨ ਜਿਹੜਾ ਹੈ ਉਹ ਦਿੱਤਾ ਜਾਏਗਾ। ਅਤੇ ਤੀਸਰਾ ਇਨਾਮ ਜਿਹੜਾ ਹੈ ਯੂਰਪ ਦੀ ਇੱਕ ਟਿਕਟ ਜਿਹੜੀ ਹੈ ਉਹ ਦਿੱਤੀ ਜਾਏਗੀ। ਅਸੀਂ ਇਸ ਪ੍ਰੋਗਰਾਮ ਰਾਹੀਂ, ਇਹ ਕੰਪੀਟੀਸ਼ਨ ਰਾਹੀਂ ਗੁਰਮਤਿ ਦੀ ਗੱਲ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਚੌਥਾ ਕੁਆਲੀਫਾਈਂਗ ਰਾਊਂਡ ਦਾ ਪ੍ਰੋਗਰਾਮ ਹੈ। ਸਾਡੇ ਕੋਲ 4 ਸੱਜਣ ਆਏ ਨੇ। ਸਰਦਾਰ ਗੁਰਮੁਖ ਸਿੰਘ ਜੀ ਵੁਲਵਰਹੈਂਪਟਨ ਤੋਂ, ਭਾਈ ਮਨਜੀਤ ਸਿੰਘ ਜੀ ਇਹ ਵੀ ਵੁਲਵਰਹੈਂਪਟਨ ਤੋਂ ਨੇ, ਭਾਈ ਸਤਨਾਮ ਸਿੰਘ ਜੀ ਵੈਨਸਫੀਲਡ ਤੋਂ ਨੇ, ਅਤੇ ਭਾਈ ਤੇਜਿੰਦਰ ਸਿੰਘ ਜੀ ਡਡਲੀ ਤੋਂ ਆਏ ਨੇ। ਸਭ ਤੋਂ ਪਹਿਲਾਂ ਆਓ ਆਪਾਂ ਇਹਨਾਂ ਚੌਹਾਂ ਦਾ ਸਾਂਝੇ ਤੌਰ 'ਤੇ ਸਵਾਗਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡਾ ਚੌਥਾ ਕੁਆਲੀਫਾਈਂਗ ਰਾਊਂਡ ਹੈ, ਇਹਦੇ ਵਿੱਚੋਂ ਜਿਹੜੇ 2 ਜੇਤੂ ਹੋਣਗੇ ਉਹ ਸਾਡੇ ਨਾਲ ਸੈਮੀਫਾਈਨਲ ਦੇ ਵਿੱਚ ਜਾਣਗੇ। ਸਭ ਤੋਂ ਪਹਿਲਾਂ ਅੱਜ ਜਿਹੜਾ ਸ਼ੁਰੂਆਤ ਕਰਨ ਜਾ ਰਹੇ ਹਾਂ ਮੈਂ ਸੱਦਾ ਦੇਣ ਜਾ ਰਿਹਾ ਭਾਈ ਗੁਰਮੁਖ ਸਿੰਘ ਜੀ ਜਿਹੜੇ ਵੁਲਵਰਹੈਂਪਟਨ ਤੋਂ ਆਏ ਨੇ। ਭਾਈ ਸਾਹਿਬ ਜੀ ਆਓ ਜੀ। ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮਾਸਟਰਮਾਈਂਡ ਦੇ ਵਿੱਚ, ਇਸ ਰਾਊਂਡ ਦੇ ਵਿੱਚ 2 ਮਿੰਟ ਨੇ ਤੁਹਾਡੇ ਕੋਲ, ਅਤੇ 2 ਮਿੰਟ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਸਵਾਲਾਂ ਦੇ ਤੁਸੀਂ ਜਵਾਬ ਦੇ ਸਕੋਗੇ ਉਹਨਾਂ ਤੁਹਾਡਾ ਸਕੋਰ ਬਣਦਾ ਜਾਏਗਾ। ਜੇ ਤੁਹਾਨੂੰ ਕਿਸੇ ਸਵਾਲ ਦਾ ਜਵਾਬ ਨਾ ਆਉਂਦਾ ਹੋਵੇ ਤਾਂ ਤੁਸੀਂ ਉਹਨੂੰ ਪਾਸ ਕਰ ਸਕਦੇ ਹੋ। ਮੈਂ ਅਗਲਾ ਸਵਾਲ ਆਪ ਜੀ ਨੂੰ ਪੁੱਛ ਲਾਂਗਾ, ਪਰ ਵੱਧ ਤੋਂ ਵੱਧ 2 ਸਵਾਲਾਂ ਨੂੰ ਤੁਸੀਂ ਪਾਸ ਕਰ ਸਕਦੇ ਹੋ। ਜੇ 2 ਮਿੰਟ ਦੇ ਵਿੱਚ ਪਾਸ ਕੀਤੇ ਸਵਾਲ ਦਾ ਜਵਾਬ ਤੁਹਾਡੇ ਧਿਆਨ 'ਚ ਆ ਜਾਏ ਅਤੇ ਤੁਸੀਂ ਮੇਰਾ ਧਿਆਨ ਉਸ ਪਾਸੇ ਲਿਜਾ ਕੇ ਉਹਦਾ ਜਵਾਬ ਵੀ ਦੇ ਸਕਦੇ ਹੋ। ਠੀਕ ਹੈ ਜੀ। ਇਹ ਸਤਿ ਤੁਸੀਂ ਤਿਆਰ ਹੋ ਭਾਈ ਸਾਹਿਬ ਜੀ? ਜਪਜੀ ਸਾਹਿਬ ਦੀਆਂ ਪੌੜੀ ਨੰਬਰ 19 ਤੋਂ ਲੈ ਕੇ 38 ਤੱਕ ਜਿਹੜੀਆਂ ਪੌੜੀਆਂ ਨੇ ਉਹਨਾਂ ਦਾ ਆਪਾਂ ਇਸ ਜਿਹੜਾ ਰਾਊਂਡ ਹੈ ਉਹ 'ਚ ਤੁਹਾਨੂੰ ਸਵਾਲ ਪੁੱਛਣੇ ਨੇ। ਕਰੀਏ ਸ਼ੁਰੂ ਜੀ? ਹਾਂਜੀ। ਲਓ ਜੀ, ਫਿਰ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ। ਜਪਜੀ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਉਚਾਰਨ ਕੀਤੀ ਹੋਈ ਬਾਣੀ ਹੈ? ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਠੀਕ ਹੈ। ਆ ਪੰਕਤੀ ਪੂਰੀ ਕਰੋ। ਜੇਤਾ ਕੀਤਾ ਤੇਤਾ ਨਾ ਹੋ ਬਿਨ ਨਾਵ ਨਾਹੀ ਕੋ ਥਾ। ਨਹੀਂ, ਬਸ ਨਹੀਂ। ਠੀਕ ਹੈ ਜੀ, ਠੀਕ ਹੈ ਜੀ। ਕੁਦਰਤ ਕਵਣ ਕਹਾਂ ਵਿਚਾਰ। ਬਸ ਠੀਕ ਹੈ ਜੀ। ਇਹਦੇ ਅਰਥ ਕਰਨੇ ਨੇ ਭਰੀਐ ਮਤ ਪਾਪਾਂ ਕੇ। ਮਤ ਦੇ ਕੀ ਅਰਥ ਨੇ? ਭਰੀਐ ਮਤ ਪਾਪਾਂ ਕੇ ਸੰਗ। ਨਹੀਂ, ਮਤ ਦੇ ਕੀ ਅਰਥ ਨੇ? ਮਤ ਸਾਡੀ ਅਕਲ ਦੀ ਬੁੱਧ। ਠੀਕ ਹੈ, ਠੀਕ ਹੈ। ਇੱਥੇ ਵਿਸ਼ਰਾਮ ਠੀਕ ਕਰਕੇ ਲਾਇਓ। ਸੁਣਿਆ ਮੰਨਿਆ ਮਨ ਕੀਤਾ ਭਾਵ। ਸੁਣਿਆ ਮੰਨਿਆ ਮਨ ਕੀਤਾ ਭਾਵ। ਸੁਣਿਆ ਮੰਨਿਆ। ਸੁਣਿਆ ਮੰਨਿਆ ਮਨ। ਸੁਣਿਆ ਮੰਨਿਆ ਮਨ ਕੀਤਾ ਭਾਵ। ਮਨ ਕੀਤਾ ਭਾਵ। ਠੀਕ ਹੈ। ਇਹਦਾ ਉਚਾਰਨ ਸਹੀ ਕਰੋ। ਕੇਤੇ ਮੰਗੈ ਜੋਧ ਉਪਾਰ। ਕੇਤੇ ਮੰਗਹਿ ਜੋਧ ਉਪਾਰ। ਕੇਤੇ ਗਣਤ ਨਹੀਂ ਵਿਚਾਰ। ਮੰਗੈ ਦਾ ਦੁਆਰਾ ਉਚਾਰਨ ਕਰੋ। ਕੇਤੇ ਮੰਗੈ ਮੰਗੈ। ਠੀਕ ਹੈ, ਹਾਂਜੀ ਠੀਕ ਹੈ। ਆਦੇਸ਼ ਤਿਸੇ ਆਦੇਸ਼। ਆਦੇਸ਼ ਦੇ ਕੀ ਅਰਥ ਹੈ? ਆਦੇਸ਼ ਹੈਰਾਨਗੀ। ਨਹੀਂ। ਆਦੇਸ਼ ਤਿਸੇ ਦਿਮਾਗ 'ਚ ਨਹੀਂ ਆ ਰਿਹਾ। ਤੁਸੀਂ ਪਾਸ ਕਰਨਾ ਚਾਹੋਗੇ? ਹਾਂਜੀ, 1 ਮਿੰਟ ਲਈ। ਠੀਕ ਹੈ। ਕਰਮੀ ਕਰਮੀ ਹੋਏ ਕਰਮੀ ਹੋਈ ਵਿਚਾਰ। ਇਹਦੇ ਅਰਥ ਕੋਲੇ 2 ਪੁਆਇੰਟਸ ਨੇ ਇਸ ਸਵਾਲ ਦੇ। ਕਰਮੀ ਹੋਏ ਵਿਚਾਰ ਸੱਚਾ। ਕਰਮੀ ਹੋਏ ਵਿਚਾਰ। ਬਸ ਇੱਥੋਂ ਤੱਕ। ਕਰਮਾਂ ਦੀ ਵਿਚਾਰ। ਅੱਧਾ ਠੀਕ ਹੈ ਤੁਹਾਡਾ ਸਵਾਲ ਇਹ। ਕੀਤੇ ਕਰਮਾਂ ਦੀ ਵਿਚਾਰ ਜਿਹੜੇ ਕਰ ਲੈਂਦੇ ਨੇ
ਕਰਮੀ ਹੋਏ ਵਿਚਾਰ। ਪਾਸ ਕਰਨਾ ਚਾਹੋਗੇ? ਹਾਂਜੀ। ਠੀਕ ਹੈ, ਤੁਹਾਡਾ ਸਮਾਂ ਖਤਮ ਹੋ ਗਿਆ। ਹਾਂਜੀ, ਹੁਣ ਮੈਂ ਤੁਸੀਂ ਬੈਠੋ ਵਾਲੇ ਅਗਲਾ ਸਵਾਲ ਸ਼ੁਰੂ ਨਹੀਂ ਕੀਤਾ ਸੀ। ਕਰਮੀ ਕਰਮੀ ਹੋਏ ਵਿਚਾਰ ਦੇ ਅਰਥ ਹੈ ਕਿ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਮਨੁੱਖ ਦੇ ਕੀਤੇ ਹੋਏ ਕੰਮਾਂ ਦੇ ਮੁਤਾਬਕ ਉਹਦਾ ਫੈਸਲਾ ਹੁੰਦਾ ਹੈ। ਫੈਸਲਾ ਹੁੰਦਾ। ਇਹਦਾ ਤੁਹਾਨੂੰ ਅਸੀਂ ਅੱਧਾ ਨੰਬਰ ਦੇਵਾਂਗੇ। ਆਦੇਸ਼ ਦੇ ਅਰਥ ਹੈ ਪ੍ਰਣਾਮ, ਨਮਸਕਾਰ। ਨਮਸਕਾਰ। ਠੀਕ ਹੈ ਜੀ, ਠੀਕ ਹੈ ਜੀ। ਬਹੁਤ ਧੰਨਵਾਦ ਜੀ। ਆਓ ਤੁਸੀਂ ਆਪਣੀ ਜਗ੍ਹਾ ਤੇ ਵਾਪਸ ਆਓ ਜੀ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਾਈ ਮਨਜੀਤ ਸਿੰਘ ਜੀ ਨੂੰ। ਇਹ ਵੀ ਬੁਲਵਰਹੰਪਟਨ ਤੋਂ ਆਏ ਨੇ। ਗਿਆਨੀ ਜੀ ਆਓ ਜੀ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ। ਅੱਜ ਆਪਾਂ ਮਾਸਟਰਮਾਈਂਡ 2019 ਦਾ ਚੌਥਾ ਕੁਆਲੀਫਾਈਂਗ ਰਾਊਂਡ ਰਿਕਾਰਡ ਕਰਨ ਵਾਸਤੇ ਆਏ ਹਾਂ। ਅਤੇ ਇਹਦੇ ਵਿੱਚ ਤੁਹਾਡਾ ਜਪਜੀ ਸਾਹਿਬ ਪਹਿਲਾ ਹੈ 19 ਪੌੜੀ ਤੋਂ ਲੈ ਕੇ ਅਖੀਰ ਤੱਕ 38 ਪੌੜੀਆਂ ਤੱਕ। ਤੁਸੀਂ ਤਿਆਰ ਹੋ? ਹਾਂਜੀ। 2 ਮਿੰਟ ਦਾ ਸਮਾਂ ਤੁਹਾਡਾ। ਤੁਸੀਂ 2 ਸਵਾਲ ਵੱਧ ਤੋਂ ਵੱਧ ਪੌਜ਼ ਕਰ ਸਕਦੇ ਹੋ ਜਿਹਦਾ ਤੁਹਾਨੂੰ ਜਵਾਬ ਨਾ ਆਉਂਦਾ ਹੋਵੇ ਜਾਂ ਧਿਆਨ 'ਚ ਨਾ ਆਉਂਦਾ ਹੋਵੇ। ਗਿਆਨੀ ਤਿਆਰ ਹੋ ਤੁਸੀਂ? ਹਾਂਜੀ। ਕਰੀਏ ਸ਼ੁਰੂ ਜੀ। ਹਾਂਜੀ। ਲਓ ਜੀ, ਤੁਹਾਡਾ 2 ਮਿੰਟ ਦਾ ਸਮਾਂ ਸਟਾਰਟ ਹੁੰਦਾ ਹੈ ਹੁਣ। ਜਪਜੀ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਉਚਾਰਨ ਕੀਤੀ ਬਾਣੀ ਹੈ? ਗੁਰੂ ਨਾਨਕ ਸਾਹਿਬ। ਤੇ ਇਹਦਾ ਪਾਠ ਕਰਨ ਦਾ ਵਿਧਾਨ ਕਿਹੜੇ ਸਮੇਂ ਆ? ਅੰਮ੍ਰਿਤ ਵੇਲੇ। ਅੰਮ੍ਰਿਤ ਵੇਲੇ ਆ। ਆ ਪੰਕਤੀ ਪੂਰੀ ਕਰੋ। ਕੁਦਰਤ ਕਵਨ। ਕਹਾਂ ਵਿਚਾਰ। ਠੀਕ ਹੈ, ਠੀਕ ਹੈ। ਭਰੀਏ ਮਤ ਪਾਪਾਂ ਕੇ ਸੰਗ। ਹਾਂਜੀ। ਸੰਗ ਦੇ ਕੀ ਅਰਥ ਹੈ? ਸੰਗ ਦੇ ਗੱਗੇ ਨੂੰ ਸਿਆਰੀ ਲੱਗੀ ਹੋਈ ਹੈ। ਹਾਂਜੀ, ਮਤ ਦੇ ਦੁਆਰਾ। ਮਤ, ਠੀਕ ਹੈ। ਇੱਥੇ ਵਿਸ਼ਰਾਮ ਠੀਕ ਜਗ੍ਹਾ ਤੇ ਲਾਉਣਾ ਹੈ। ਅੰਤਰਗਤ ਤੀਰਥ ਮਲ ਨਾਓ। ਅੰਤਰਗਤ ਤੀਰਥ ਮਲ ਨਾਓ। ਠੀਕ ਹੈ, ਵੈਰੀ ਗੁੱਡ, ਠੀਕ ਹੈ। ਇਹਦਾ ਉਚਾਰਨ ਸ਼ੁੱਧ ਕਰੋ ਜਰਾ। ਕੇਤਿਆਂ ਦੂਖ ਭੂਖ ਸਦਮਾਰ। ਕੇਤਿਆਂ। 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 ਕੇਤਿਆਂ, ਠੀਕ ਹੈ, ਬਹੁਤ ਬਚਨ ਠੀਕ ਹੈ ਜੀ ਤੁਹਾਡਾ। ਕੇਤੇ ਖਪ ਟੁੱਟੇ ਬੇਕਾਰ। ਹਾਂਜੀ। ਟੁੱਟੇ ਦਾ ਕੀ ਉਚਾਰਨ ਹੈ? ਨਾਸ ਹੋ ਗਿਆ। ਨਹੀਂ, ਉਚਾਰਨ ਕੀ ਹੈ ਟੁੱਟੇ ਦਾ? ਟੁੱਟਾ। ਟੁੱਟੇ। ਹਾਂਜੀ। ਬਿੰਦੀ ਲਗਾ ਕੇ। ਹਾਂਜੀ। ਹਾਂ, ਬਹੁਤ ਬਚਨ ਠੀਕ ਹੈ। ਆਦ ਅਨੀਲ ਅਨਾਹਤ। ਹਾਂਜੀ। ਆਦ ਦੇ ਕੀ ਅਰਥ ਹੈ? ਮੁੱਢ ਤੋਂ। ਠੀਕ ਹੈ। ਇਸ ਸਵਾਲ ਦੇ 2 ਨੇ ਪੁਆਇੰਟਸ ਇਹਦਾ ਅਰਥ ਕਰਨੇ ਆ। ਸੱਚਾ ਆਪ, ਸੱਚਾ ਦਰਬਾਰ। ਵਾਹਿਗੁਰੂ ਦੀ ਕਚਹਿਰੀ ਵੀ ਸੱਚੀ ਆ ਤੇ ਉਹ ਆਪ ਵੀ ਸੱਚਾ ਹੈ। ਠੀਕ ਹੈ। ਜਤ ਪਹਾਰਾ ਧੀਰੇ ਸੁਨਿਆਰ। ਹਾਂਜੀ। ਪਹਾਰਾ ਦਾ ਕੀ ਅਰਥ ਹੈ? ਸੁਨਿਆਰੇ ਦੀ ਹੱਟੀ। ਸੁਨਿਆਰੇ ਦੀ ਦੁਕਾਨ। ਹਾਂਜੀ। ਠੀਕ ਹੈ। ਜਪਜੀ ਸਾਹਿਬ ਦੀਆਂ 38 ਪੌੜੀਆਂ ਤੋਂ ਬਾਅਦ ਕੀ ਦਰਜ ਹੈ? ਸਲੋਕ। ਕਿਹੜਾ? ਪਵਨ ਗੁਰੂ ਪਾਣੀ। ਠੀਕ ਹੈ, ਇਹਦੇ 2 ਹੈਗੇ ਨੇ ਨੰਬਰ, 2 ਨੰਬਰ ਨੇ। ਪੂਰੀ ਜਪਜੀ ਸਾਹਿਬ ਦੇ ਵਿੱਚ ਕਿੰਨੇ ਸ਼ਲੋਕ ਨੇ? 2 ਸਲੋਕ ਨੇ। 2 ਸ਼ਲੋਕ ਨੇ। ਅਹਰਣ ਮਤ। ਹਾਂਜੀ। ਵੇਦ ਹਥਿਆਰ। ਹਾਂਜੀ। ਮਤ ਦੇ ਕੀ ਅਰਥ ਹੈ? ਬੁੱਧ। ਅਕਲ। ਅਕਲ, ਠੀਕ ਹੈ। ਵੇਦ। ਵੇਦ ਸ਼ਾਸਤਰ ਜਿਹੜੇ ਵੇਦ ਆਪਾਂ ਪੜ੍ਹਦੇ ਹਾਂ ਜਦੋਂ। ਅਰਥ ਕੀ ਹੈ ਵੇਦ ਦਾ? ਵੇਦ। ਇੱਥੇ ਅਹਰਣ, ਤੁਹਾਡਾ ਸਮਾਂ ਮੁੱਕ ਗਿਆ। ਹਾਂਜੀ। ਤੁਸੀਂ ਸਮਾਂ ਲਾ ਸਕਦੇ ਹੋ। ਅਹਰਣ ਮਤ ਵੇਦ ਹਥਿਆਰ। ਆਪਣੀ ਇੱਥੇ ਬੌਧ। ਵੇਦ ਦਾ ਕੀ ਅਰਥ ਹੈ? ਨਹੀਂ। ਨਹੀਂ, ਠੀਕ ਹੈ। ਵੇਦ ਦਾ ਅਰਥ ਗਿਆਨ ਹੈ। ਹਾਂਜੀ। ਹਾਂਜੀ। ਗਿਆਨ, ਅਧਿਆਤਮਿਕ ਗਿਆਨ। ਹਾਂਜੀ। ਵੀ ਅਹਰਣ ਨੂੰ ਮਤ ਬਣਾ ਕੇ ਹਾਂਜੀ। ਵੇਦ ਦਾ ਗਿਆਨ ਦੇ ਹਥਿਆਰ ਰਾਹੀਂ ਹਥੌੜੇ ਨਾਲ ਹਾਂਜੀ। ਆਪਣੀ ਮਤ ਦੀ ਘਾਟ ਕਰਨੀ ਹੈ। ਹਾਂਜੀ। ਤੁਸੀਂ ਬਹੁਤ ਚੰਗਾ ਰਿਹਾ ਗਿਆਨੀ ਜੀ। ਤੁਸੀਂ ਪਾਸ ਕੋਈ ਨਹੀਂ ਕੀਤਾ। ਬਹੁਤ ਸੋਹਣੇ ਤੁਹਾਡੇ ਜਵਾਬ ਆ ਗਏ ਨੇ। ਬਹੁਤ ਧੰਨਵਾਦ ਤੁਹਾਡਾ। ਤੇ ਤੁਸੀਂ ਹੁਣ ਆਪਣੀ ਜਗ੍ਹਾ ਤੇ ਵਾਪਸ ਆ ਜਾਓ। ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਅੱਜ ਦੇ ਤੀਸਰੇ ਗਿਆਨੀ ਜੀ, ਭਾਈ ਸਤਨਾਮ ਸਿੰਘ ਜੀ, ਜਿਹੜੇ ਵੈਂਸਫੀਲਡ ਤੋਂ ਆਏ ਨੇ। ਆਓ ਜੀ ਸਤਨਾਮ ਸਿੰਘ ਜੀ। ਗਿਆਨੀ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਆਰ ਹੋ ਤੁਸੀਂ? ਬਿਲਕੁਲ ਜੀ। ਕਰੀਏ ਸ਼ੁਰੂ ਜੀ। ਹੁਣ ਤਾਂ ਤਜਰਬਾ ਹੋ ਗਿਆ, 2 ਰਾਊਂਡ ਪਹਿਲਾਂ ਹੋ ਗਿਆ 2 ਜਣਿਆਂ ਦੇ। ਹਾਂਜੀ। ਤੇ ਤੁਹਾਡਾ ਫਿਰ ਟਾਈਮ ਸ਼ੁਰੂ ਹੁੰਦਾ ਹੈ ਹੁਣ। ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਦਰਜ ਹੈ? ਇਹ
सब तो पहला फर्स्ट पेज। ठीक है। आ पंक्ति पूरी करनी है। बारिया ना जावा एक बार। ठीक है। मूत पलीती कपड़ होए, पलीती दे की अर्थ है? मैल, मैला, गंदला। मूत होए, मूत प्रीति कपड़ होए। हाँ, होए दा की अर्थ है? हो जान हो जाए, हो जाए। ठीक है। ਇਹਦਾ ਵਿਸ਼ਰਾਮ ਲਾਉਣਾ ਠੀਕ ਕਰਕੇ। ਸਭ ਗੁਣ ਤੇਰੇ ਮੈਂ ਨਾਹੀਂ ਕੋਈ। सब गुण तेरे मैं नाही कोई। नहीं, दोबारा करो। सब गुण तेरे मैं नहीं। सही है। सब गुण तेरे मैं मैं नहीं नहीं कोई, ये सही है। ठीक है। ठीक है। इस पंक्ति का सही उच्चारण करना है। बंद खलासी भाने होए। बंद खलासी भाने होए। बंद नहीं, उच्चारण नहीं, इतने विश्राम नहीं लाना, सिर्फ उच्चारण ठीक करना। हाँ जी। बंद खलासी भाने होए। बंद खलासी भाने होए। भाने, हाँ जी। ठीक, गलावा। ठीक है। केते खप टुटे बेकार। केते खप टुटे बेकार। टुटे का दोबारा उच्चारण करो। टुटे बिंदी लगाए करोगे? हाँ जी। ठीक है। आद अनील अनाहत, अनील दे की अर्थ है? आद अनीर अनाद अनाद। आद पास कर। पास कर दो। ठीक है। ਇਹਦੇ ਅਰਥ ਕਰੋ ਜਰਾ। ਕੱਚ ਪਕਾਈ ਉੱਥੇ ਪਾਏ, ਇਹਦੇ ਦੋ ਪੁਆਇੰਟਸ ਨੇ। ਕੱਚ ਪਕਾਈ ਉੱਥੇ ਉੱਥੇ ਪਾਏ ਜੀ। ਜੀਵ ਦੇ ਜੋ ਇੱਥੇ ਕੱਚ ਪਕਾਈ ਉੱਥੇ ਪਾਇਆ, ਜੋ ਚੰਗਿਆਈਆਂ ਬੁਰਾਈਆਂ ਦੀ ਜੋ ਉਹਦੀ ਹੁੰਦੀ ਹੈ ਵਿਚਾਰ, ਉਹ ਮਾਲਕ ਦਰਬਾਰ। ਥੋੜਾ ਟਾਈਮ ਹੋ ਗਿਆ, ਪਰ ਤੁਸੀਂ ਆਰਾਮ ਨਾਲ ਜਵਾਬ ਦੇ ਸਕਦੇ ਹੋ। ਚੰਗੀ ਤਰ੍ਹਾਂ ਸੋਚ ਲਓ, ਹੁਣ ਕਾਹਲੀ ਨਹੀਂ ਕਰਨੀ। ਕੱਚ ਪਕਾਈ ਉੱਥੇ ਪਾਏ। ਕੱਚ ਪਕਾਈ ਜੋ ਜੀਵ ਦੀਆਂ ਮਸ਼ਹੂਰ ਨਹੀਂ ਗੱਲ ਬਾਰੇ। ਇਹ ਤੁਹਾਡਾ ਜਵਾਬ ਸਹੀ ਸੀਗਾ। ਇਹਦਾ ਦਿਓ ਇਹਨਾਂ ਨੂੰ ਇੱਕ ਨੰਬਰ ਦਿਓ। ਕੱਚ ਪਕਾਈ ਉੱਥੇ ਪਾਏ ਦਾ ਮਤਲਬ ਹੈ ਵੀ ਬੰਦਾ ਇੱਥੇ ਬਹਿ ਕੇ ਨਾ ਬੜਾ ਕਰਦਾ ਰਹਿੰਦਾ, ਮੈਂ ਤੂੰ ਮੈਨੂੰ ਜਾਣਦਾ ਨਹੀਂ, ਮੈਂ ਕੌਣ ਹੈ। ਜੀ ਜੀ, ਹਾਂਜੀ। ਪਰ ਜਿਹੜੇ ਉਹਦੇ ਚੰਗੇ ਮਾੜੇ ਕੰਮ ਆ ਨਾ, ਉਹਦਾ ਲੇਖਾ ਫਿਰ ਉੱਥੇ ਅਕਾਲ ਪੁਰਖ ਦਰਗਾਹ ਦੇ ਵਿੱਚ ਹੀ ਹੁੰਦਾ ਹੈ। ਠੀਕ ਹੈ। ਔਰ ਉੱਥੇ ਕਿਸੇ ਕਿਸਮ ਦੀ ਵੱਡੀ ਨਹੀਂ ਚੱਲਦੀ। ਮੈਂ ਗਲਤ ਦੇਣ ਨੂੰ ਠੀਕ ਹੀ ਪਾਸੇ ਕਰ ਦਿੱਤਾ। ਬਾਕੀ ਠੀਕ ਹੈ। ਬਹੁਤ ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਤੁਹਾਡਾ ਜੀ। ਇਹ ਸੀ ਸਾਧ ਸਤਨਾਮ ਸਿੰਘ ਜੀ ਬੈਂਸਫੀਲਡ ਤੋਂ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਾਈ ਤੇਜਿੰਦਰ ਸਿੰਘ ਜੀ ਨੂੰ, ਜਿਹੜੇ ਡਡਲੀ ਤੋਂ ਆਏ ਨੇ। ਆਓ ਜੀ। ਸਤਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ ਸਿੱਖ ਚੈਨਲ ਦੇ ਸਟੂਡੀਓ 'ਚ। ਤੁਸੀਂ ਮਾਸਟਰਮਾਈਂਡ 'ਚ ਹਿੱਸਾ ਲੈਣ ਵਾਸਤੇ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਪਜੀ ਸਾਹਿਬ ਦਾ ਦੂਸਰਾ ਅੱਧ ਦੇ ਨਾਲ ਸੰਬੰਧਿਤ ਸਵਾਲ ਨੇ ਇਸ ਰਾਊਂਡ ਦੇ ਵਿੱਚ। ਠੀਕ ਹੈ ਜੀ। 2 ਮਿੰਟ ਦਾ ਤੁਹਾਡਾ ਸਮਾਂ ਹੈ। 2 ਸਵਾਲ ਵੱਧ ਤੋਂ ਵੱਧ ਤੁਸੀਂ ਪਾਸ ਕਰ ਸਕਦੇ ਹੋ। ਜੇ ਤੁਸੀਂ ਤਿਆਰ ਹੋ ਤੇ ਆਪਾਂ ਫਿਰ ਸ਼ੁਰੂ ਕਰੀਏ। ਹਾਂਜੀ। ਤਿਆਰ ਹੋ ਤੁਸੀਂ? ਹਾਂਜੀ। ਲਓ ਜੀ, ਤੁਹਾਡਾ ਫਿਰ ਟਾਈਮ ਸ਼ੁਰੂ ਹੁੰਦਾ ਹੈ ਹੁਣ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਤੋਂ ਪਹਿਲਾਂ ਕੀ ਦਰਜ ਹੈ? ਜਪਜੀ ਸਾਹਿਬ ਜੀ ਤੋਂ ਪਹਿਲਾਂ ਜੀ ਮੂਲ ਮੰਤਰ ਜੀ। ਠੀਕ ਹੈ। ਮੂਤ ਪਲੀਤੀ ਕੱਪੜ ਹੋਏ, ਇਹਦੀ ਪੰਕਤੀ ਪੂਰੀ ਕਰਨੀ ਆ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਤੋਏ। ਠੀਕ ਹੈ। ਜੋ ਤੁਧ ਭਾਵ ਹੈ ਸਾਈ ਭਲੀ ਕਾਰ। ਸਾਈ ਦਾ ਕੀ ਅਰਥ ਹੈ? ਪਰਮਾਤਮਾ। ਇਹ ਗਲਤ ਹੈ। ਭਲੀ ਕਾਰ, ਕਾਰ ਦੇ ਕੀ ਅਰਥ ਹੈ? ਕਾਰ ਦਾ ਕੰਮ ਕਾਰਜ। ਠੀਕ ਹੈ, ਇਹ ਠੀਕ ਹੈ। ਇਹ ਤੇ ਵਿਸ਼ਰਾਮ ਠੀਕ ਕਰਕੇ ਲਾਉਣਾ ਹੈ। ਕਵਣ ਸਰੂਤੀ ਮਹਾ ਕਵਣ ਜਤ ਹੋਆ ਆਕਾਰ। ਕਵਣ ਸਿਰੁਤੀ ਮਾਹੋ ਕਵਣ ਹਾਂ ਜਿੱਥੋਂ ਆਕਾਰ। ਠੀਕ, ਠੀਕ ਹੈ। ਇਹਦਾ ਉਚਾਰਨ ਠੀਕ ਕਰਨਾ ਤੁਸੀਂ। ਕੇਤਿਆਂ ਦੁਖ ਭੂਖ ਸਦ ਮਾਰ। ਕੇਤਿਆਂ ਦੁਖ ਭੂਖ ਸਦ ਮਾਰ। ਠੀਕ ਹੈ, ਵਧੀਆ, ਵੈਰੀ ਗੁੱਡ। ਆਦ ਅਨੀਲ ਅਨਾਦ ਅਨਾਹਤ। ਅਨਾਦ ਦੇ ਕੀ ਅਰਥ ਹੈ? ਅਨਾਦ ਪਾਸ। ਬਸ ਠੀਕ ਹੈ। ਇਸ ਪੰਕਤੀ ਦੇ ਅਰਥ ਕਰਨੇ ਆ।
2 ਪੁਆਇੰਟਸ ਨੇ ਇਹਦੇ। ਤਿੱਥੈ ਸੋਹਨ ਪੰਜ ਪਰਵਾਨ। ਬਸ ਠੀਕ ਹੈ। ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ, ਹਾਂਜੀ। ਤੇ ਜਪਜੀ ਸਾਹਿਬ 'ਚ 38 ਪੌੜੀਆਂ ਤੋਂ ਬਗੈਰ ਹੋਰ ਕੀ ਦਰਜ ਹੈ? 2 ਸ਼ਲੋਕ ਜੀ। 2 ਸ਼ਲੋਕ ਕਿੱਥੇ ਨੇ? ਇੱਕ ਪ੍ਰਾਰੰਭ ਵਿੱਚ ਮੰਗਲਾ ਚੰਡ ਵਿੱਚ, ਇੱਕ ਸਮਾਪਤੀ ਤੇ ਜੀ। ਠੀਕ ਹੈ। ਪਵਨ ਗੁਰੂ ਪਾਣੀ ਪਿਤਾ, ਅਗਲੀ ਪੰਕਤੀ। ਤੁਹਾਡਾ ਮਾਤਾ ਟਾਈਮ ਮੁੱਕ ਧਰਤ ਗਿਆ, ਮਹਤ। ਹੁਣ ਤੁਸੀਂ ਆਰਾਮ ਨਾਲ ਜਵਾਬ ਦੇ ਸਕਦੇ ਹੋ। ਮਾਤਾ ਧਰਤ ਮਹਤ। ਮਾਤਾ ਧਰਤ ਮਹਤ, ਠੀਕ ਹੈ ਤੁਹਾਡਾ ਜਵਾਬ ਇਹ। ਅਨਾਦ ਦਾ ਅਰਥ ਹੈ ਆਦ, ਅਨੀਲ, ਅਨਾਦ, ਅਨਾਹਤ। ਅਨਾਦ ਲਗਾਤਾਰ ਇੱਕੋ ਜਿਹਾ ਇਕਸਾਰ ਜਿਹੜਾ ਸਾਰਾ ਚੱਲਦਾ ਹੈ। ਹੋਰ ਵੀ ਤੁਸੀਂ ਕੋਈ ਪਾਸ ਕੀਤਾ ਸੀਗਾ? ਇੱਕ ਤੁਸੀਂ ਮੇਰਾ ਖਿਆਲ ਹੋਰ ਪਾਸ ਕੀਤਾ ਸੀਗਾ ਕਿ ਹਾਂ, ਤਿੱਥੇ ਸੋਹਣ ਪੰਜ ਪ੍ਰਵਾਨ। ਯੈਸ, ਉਹ ਜਿਹੜਾ ਸੀ ਨਾ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ, ਇਹ ਪੰਜ ਵਾਲੀ ਪੌੜੀ ਹੈ ਜਿਹੜੀ ਪੰਜ ਉਸਤ ਦੇ ਵਿੱਚ, ਵੀ ਉਹਦੀ ਦਰਗਾਹ ਦੇ ਵਿੱਚ ਉਹ ਜਿਹੜੇ ਗੁਰਮੁਖ ਲੋਕ ਨੇ ਉਹ ਸ਼ੋਭਾ ਪਾਉਂਦੇ ਹਨ ਤੇ ਉਹ ਪ੍ਰਵਾਨ ਹੋ ਜਾਂਦੇ ਨੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ, ਜਿਹੜੇ ਪੰਚਾਂ ਵਾਲਾ ਗੁਰਮੁਖਾਂ ਵਾਲਾ ਜੀਵਨ ਜਿਉਂਦੇ ਨੇ। ਬਤੀਤ ਕਰਦੇ। ਹਾਂ, ਬਹੁਤ ਧੰਨਵਾਦ ਤੁਹਾਡਾ ਗਿਆਨੀ ਜੀ। ਹੁਣ ਧੰਨਵਾਦ ਤੁਸੀਂ ਜੀ। ਵਾਪਸ ਆਪਣੀ ਜਗ੍ਹਾ ਤੇ ਜਾ ਸਕਦੇ ਹੋ। ਇਹਦੇ ਨਾਲ ਹੀ ਸਾਡਾ ਕੰਪਲੀਟ ਹੁੰਦਾ ਪਹਿਲਾ ਰਾਊਂਡ, ਜਿਹਦੇ ਵਿੱਚ ਜਪਜੀ ਸਾਹਿਬ ਜੀ ਦੀਆਂ ਸੈਕੰਡ 19 ਪੌੜੀਆਂ ਜਿਹੜੀਆਂ ਸੀਗੀਆਂ ਉਹਨੂੰ ਅਸੀਂ ਕਵਰ ਕੀਤਾ। ਤੁਸੀਂ ਵੇਖਿਆ ਹੈ ਕਿ ਸਾਰੇ ਸੱਜਣਾਂ ਨੇ ਬਹੁਤ ਅੱਛੀ ਤਰ੍ਹਾਂ ਜਵਾਬ ਦਿੱਤੇ। ਥੋੜ੍ਹੇ ਬਹੁਤੇ ਫਰਕ ਦੇ ਨਾਲ ਕਈ ਵਾਰੀ ਕੋਈ ਸਵਾਲ ਦਾ ਜਵਾਬ ਇੱਕਦਮ ਨਹੀਂ ਆਉਂਦਾ ਤਾਂ ਥੋੜ੍ਹਾ ਜਿਹਾ ਬੰਦਾ ਨਰਵਸ ਹੋ ਜਾਂਦਾ, ਅਤੇ ਅਦਰਵਾਈਜ਼ ਬਹੁਤ ਚੰਗੇ ਉਹਨਾਂ ਨੇ ਜਵਾਬ ਦਿੱਤੇ ਨੇ। ਅਤੇ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ ਦੂਸਰਾ ਰਾਊਂਡ, ਜਿਹੜਾ ਗੁਰੂ ਇਤਿਹਾਸ ਦੇ ਨਾਲ ਸੰਬੰਧਿਤ ਹੁੰਦਾ ਹੈ। ਅਤੇ ਅੱਜ ਦਾ ਜਿਹੜਾ ਗੁਰੂ ਹਸਤੀ ਨੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 5ਵੇਂ ਪਾਤਸ਼ਾਹ ਜੀ ਨੇ। ਅੱਜ ਅਸੀਂ ਉਹਦੇ ਸੰਬੰਧ ਵਿੱਚ ਹੁਣ ਆਪਣੇ ਜਿਹੜੇ ਸਾਡੇ ਆਏ ਨੇ ਹਿੱਸਾ ਲੈਣ ਵਾਲੇ ਸੱਜਣ, ਉਹਨਾਂ ਨਾਲ ਜਵਾਬ ਸਵਾਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਸੱਦਾ ਦੇਣ ਜਾ ਰਿਹਾ ਸਾਹ ਗੁਰਮੁਖ ਸਿੰਘ ਜੀ ਨੂੰ, ਜਿਹੜੇ ਬੁਲਵੰਤ ਤੋਂ ਆਏ ਨੇ। ਆਓ ਜੀ ਸਾਰ ਸਾਹਿਬ। ਤਿਆਰ ਹੋ ਜੀ? ਹਾਂਜੀ ਬਿਲਕੁਲ। ਕਰੀਏ ਸ਼ੁਰੂ ਫਿਰ ਆਪਾਂ। ਹਾਂਜੀ ਠੀਕ। ਗੁਰੂ ਅਰਜਨ ਸਾਹਿਬ ਦੇ ਜੀਵਨ ਨਾਲ ਸੰਬੰਧਿਤ 2 ਮਿੰਟ ਦਾ ਸਮਾਂ ਤੁਹਾਡਾ ਸ਼ੁਰੂ ਹੁੰਦਾ ਹੈ ਹੁਣ। ਗੁਰੂ ਅਰਜਨ ਸਾਹਿਬ ਦੇ ਪਿਤਾ ਜੀ ਦਾ ਨਾਂ? ਇਹ ਧੰਨ ਗੁਰੂ ਰਾਮਦਾਸ ਜੀ। ਠੀਕ ਹੈ। ਗੁਰੂ ਅਰਜਨ ਸਾਹਿਬ ਜੀ ਦੇ ਹੋਰ ਭੈਣ ਭਰਾ ਕੌਣ ਸਨ, ਕਿੰਨੇ ਸਨ? ਇਹ 2 ਭਰਾ ਸਨ। ਬਸ ਜੀ। 2 ਤਾਂ ਬਾਣੀ ਦਾ ਬੋਝ ਥਾ, ਇੱਕ ਇਹਨਾਂ ਨੇ ਇਹਨਾਂ ਨੂੰ ਅਸੀਸ ਦਿੱਤੀ ਸੀ, ਗੁਰੂ ਅਮਰਦਾਸ ਜੀ ਨੇ। ਗੁਰੂ ਅਮਰਦਾਸ ਜਿਹੜੇ ਨਾਨਾ ਜੀ ਸਨ। ਹਾਂਜੀ। ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਂ ਕੀ ਸੀ? ਪਾਸ ਕਰ ਦਿਓ ਜੀ। ਅੱਛਾ ਠੀਕ ਹੈ। ਪਿਰਥੀ ਚੰਦ ਦੀ ਚੁੱਕ ਕਾਰਨ ਕਿਹੜੇ ਰਵਾਬੀਆਂ ਨੇ ਹਰਿਮੰਦਰ ਸਾਹਿਬ 'ਚ ਕੀਰਤਨ ਕਰਨ ਤੋਂ ਜਵਾਬ ਦੇ ਦਿੱਤਾ ਸੀ? ਇਹ ਸੱਤਾ ਤੇ ਬਲਵੰਡਾ ਜੀ। ਠੀਕ ਹੈ। ਆਦਿ ਬੀਰ ਦੀ ਸੰਪਾਦਨਾ ਕਿਹੜੇ ਸਾਲ 'ਚ ਕੰਪਲੀਟ ਹੋਈ ਸੀ? ਇਹ 1661 ਵਿੱਚ। ਸਨ ਬਿਕਰਮੀ ਨਹੀਂ, 1661 ਬਿਕਰਮੀ ਸੀ। ਹਾਂਜੀ। ਸਨ ਕਿਹੜਾ ਸੀ? 1660 ਬਿਕਰਮੀ ਤੋਂ 1661 ਤੇ ਮੈਂ ਪੜਿਆ ਜੀ। ਹਾਂਜੀ 1661 ਬਿਕਰਮੀ, ਠੀਕ ਹੈ ਤੁਹਾਡਾ ਹਾਂਜੀ, ਜਵਾਬ। ਹਾਂਜੀ। ਪਰ ਈਸਵੀ ਸਨ ਕਿਹੜਾ ਸੀ? ਤੁਹਾਡਾ ਜਵਾਬ ਠੀਕ ਹੈ, ਤੁਹਾਡਾ ਪੁਆਇੰਟ ਮਿਲ ਗਿਆ ਤੁਹਾਨੂੰ। ਹਾਂਜੀ। ਮੈਂ ਉਹ ਪ੍ਰੋਫੈਸਰ ਕਰਤਾਰ ਸਿੰਘ ਸ਼੍ਰੋਮਣੀ 1604। ਹਾਂਜੀ 1604 ਤਾਂ ਮੈਂ ਉਹ ਈਸਵੀ ਚੱਲਦਾ। ਹਾਂ ਈਸਵੀ 1604 ਹੈ, ਹਾਂਜੀ। ਬਿਕਰਮੀ 1661 ਤੁਹਾਡਾ ਜਵਾਬ ਸਹੀ ਹੈ। ਗੌੜੀ ਰਾਗ ਦੇ ਵਿੱਚ ਆਪ ਜੀ ਦੀ ਉਚਾਰਨ ਕੀਤੀ ਹੋਈ ਲੰਮੀ ਬਾਣੀ ਦਾ ਨਾਮ? ਸ੍ਰੀ ਸੁਖਮਨੀ ਸਾਹਿਬ ਜੀ। ਹਾਂਜੀ। ਗੁਰੂ ਜੀ ਦੀ ਸ਼ਹੀਦੀ ਕਿਹੜੀ, ਕਿੱਥੇ ਤੇ ਕਿਹੜੇ ਸਾਲ 'ਚ ਹੋਈ? ਇਹ ਤਾਂ ਲਾਹੌਰ। ਲਾਹੌਰ, ਠੀਕ ਹੈ। ਹਾਂਜੀ। ਕਿਹੜੇ ਸਾਲ 'ਚ? ਸੰਮਤ ਯਾਦ ਨਹੀਂ ਜੀ। ਇੱਕ ਹੋ ਗਿਆ ਤੁਹਾਡਾ, ਇੱਕ ਜਵਾਬ ਮਿਲਿਆ ਤੁਹਾਨੂੰ, 1 ਨੰਬਰ ਇਹਦਾ। 1606 ਈਸਵੀ ਨੂੰ। ਸ਼ਹੀਦੀ ਅਸਥਾਨ ਤੇ ਬਣੇ ਜਿਹੜਾ ਯਾਦਗਾਰ ਹੈ ਗੁਰਦੁਆਰਾ ਸਾਹਿਬ, ਉਹਦਾ ਨਾਂ ਕੀ ਹੈ? ਚੇਤੇ ਤਾਂ ਹੈਗਾ ਜੀ, ਹੁਣ ਨਹੀਂ ਆ ਰਿਹਾ। ਪਾਸ ਕਰਨਾ ਚਾਹੋਗੇ? ਹਾਂ ਲਾਹੌਰ ਹੈ। ਕਿਹੜਾ ਲਾਹੌਰ, ਗੁਰਦੁਆਰਾ ਸਾਹਿਬ ਦਾ ਨਾਂ ਕੀ ਹੈ? ਬਹੁਤ ਮਸ਼ਹੂਰ ਹੈ। ਦਿਮਾਗ 'ਚ ਨਹੀਂ ਹੁਣ ਆ ਰਿਹਾ। ਪਾਸ ਕਰਨਾ ਚਾਹੋਗੇ? ਹਾਂਜੀ ਕਰ ਦਿਓ ਜੀ। ਠੀਕ ਹੈ। ਗੁਰੂ ਅਰਜਨ ਸਾਹਿਬ ਦੀ ਬਾਣੀ ਕਿੰਨੇ ਰਾਗਾਂ ਵਿੱਚ ਉਚਾਰਨ ਕੀਤੀ ਉਹਨਾਂ? 30 ਰਾਗਾਂ ਵਿੱਚ। ਤੁਹਾਡਾ ਸਮਾਂ ਮੁੱਕ ਗਿਆ। ਹਾਂਜੀ 30 ਰਾਗਾਂ ਵਿੱਚ। 30 ਰਾਗਾਂ ਵਿੱਚ।
ਜਿਹੜਾ ਸਵਾਲ ਤੁਸੀਂ ਪਾਸ ਕੀਤਾ ਹੈ, ਸ਼ਹੀਦੀ ਸਥਾਨ ਤੇ ਬਣੇ ਗੁਰਦੁਆਰਾ ਸਾਹਿਬ ਦਾ ਨਾਮ ਡੇਰਾ ਸਾਹਿਬ ਹੈ। ਡੇਰਾ ਸਾਹਿਬ ਲੋ ਹੁਣ ਚੇਤੇ ਸੀਗਾ ਸਰ, ਦਿਮਾਗ 'ਚ ਨਹੀਂ ਆ ਰਿਹਾ ਸੀ। ਇਹੀ ਖੂਬਸੂਰਤੀ ਹੈ ਇਸ ਕਾਲੀ ਬਸ। ਕੁਰਸੀ ਦੀ। ਤੇ ਇੱਕ ਤੁਸੀਂ ਹੋਰ ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਂ ਹਾਂਜੀ, ਆਇਆ ਯਾਦ? ਚੱਕ ਗੁਰੂ ਰਾਮਦਾਸ। ਚੱਕ ਗੁਰੂ ਰਾਮਦਾਸ, ਚੇਤੇ ਪੜਦੇ ਰਹਿੰਦੇ, ਦਿਮਾਗ 'ਚ ਨਹੀਂ ਇੱਕਦਮ। ਕੋਈ ਨਹੀਂ, ਬਹੁਤ ਧੰਨਵਾਦ ਤੁਹਾਡਾ ਗਿਆਨੀ ਜੀ, ਬਹੁਤ ਅੱਛੇ ਜਵਾਬ ਤੇ ਤੁਸੀਂ, ਚੰਗਾ ਲੱਗਾ ਮੈਨੂੰ। ਹੁਣ ਤੁਸੀਂ ਵਾਪਸ ਆਪਣੀ ਜਗ੍ਹਾ ਤੇ ਆ ਧੰਨਵਾਦ ਸਕਦੇ ਜੀ ਹੋ। ਆਪ। ਇਹ ਸੀ ਸਾਹ ਗੁਰਮੁਖ ਸਿੰਘ ਜੀ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਾਈ ਮਨਜੀਤ ਸਿੰਘ ਜੀ ਨੂੰ, ਬੋਲੋ ਰਾਮਚੰਦ ਤੋਂ। ਆਓ ਗਿਆਨੀ ਜੀ। ਗਿਆਨੀ ਸਵਾਗਤ ਹੈ ਤੁਹਾਡਾ। ਗੁਰੂ ਅਰਜਨ ਸਾਹਿਬ ਦਾ ਜੀਵਨ, ਤਿਆਰ ਹੋ ਤੁਸੀਂ? ਹਾਂਜੀ ਫਿਰ ਐਤਕੀ ਵੀ ਤੁਸੀਂ 2 ਸਵਾਲ ਪਾਸ ਕਰ ਸਕਦੇ ਹੋ ਪਹਿਲਾਂ ਦੀ ਤਰ੍ਹਾਂ, ਹਾਂਜੀ ਤੇ ਬਾਕੀ ਸਾਰਾ ਚੜ੍ਹਦੀ ਕਲਾ ਹੈ। ਤਿਆਰ ਹੋ ਤੁਸੀਂ? ਕਰੀਏ ਸ਼ੁਰੂ ਫਿਰ ਹਾਂਜੀ। ਆਪਾਂ। ਲਓ ਜੀ, ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ। ਗੁਰੂ ਅਰਜਨ ਸਾਹਿਬ ਦੇ ਮਾਤਾ ਜੀ ਦਾ ਕੀ ਨਾਂ ਸੀ? ਬੀਬੀ ਭਾਨੀ। ਠੀਕ ਹੈ। ਇਹ ਗੁਰੂ ਅਮਰਦਾਸ ਜੀ ਨਾਲ ਕੀ ਰਿਸ਼ਤਾ ਸੀ ਉਹਨਾਂ ਦਾ? ਗੁਰੂ ਅਰਜਨ ਦੇਵ ਜੀ ਦਾ ਗੁਰੂ ਅਮਰਦਾਸ ਜੀ ਨਾਲ ਕੀ ਰਿਸ਼ਤਾ ਸੀ? ਨਾਨਾ ਜੀ। ਨਾਨਾ ਜੀ। ਗੁਰੂ ਅਮਰਦਾਸ ਜੀ ਨਾਨਾ ਜੀ ਸੀ। ਆਪ ਜੀ ਦਾ ਜਿਹੜਾ ਵਿਚਕਾਰਲਾ ਭਰਾ ਸੀ, ਉਹਦਾ ਕੀ ਨਾਂ ਸੀ? ਬਾਬਾ ਮਹਾਦੇਵ। ਮਹਾਦੇਵ। ਠੀਕ ਹੈ। ਗੁਰੂ ਰਾਮਦਾਸ ਜੀ ਨੇ ਜਿਹੜਾ ਸਰੋਵਰ ਸ਼ੁਰੂ ਕਰਵਾਇਆ ਸੀ, ਉਹਦਾ ਨਾਂ ਕੀ ਸੀ? ਉਹਨ ਅੰਮ੍ਰਿਤਸਰ। ਅੰਮ੍ਰਿਤਸਰ। ਠੀਕ ਹੈ, ਬਿਲਕੁਲ ਠੀਕ ਹੈ। ਸੱਤੇ ਤੇ ਬਲਵੰਡ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿਹੜੇ ਰਾਗ ਵਿੱਚ ਦਰਜ ਹੈ? ਰਾਮਕਲੀ ਰਾਗ ਜੀ। ਰਾਮਕਲੀ ਰਾਗ ਵਿੱਚ। ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਕਿੱਥੇ ਕੀਤਾ ਗਿਆ ਸੀ? ਹਰਮੰਦਰ ਸਾਹਿਬ ਵਿਖੇ। ਹਰਮੰਦਰ ਸਾਹਿਬ। ਠੀਕ ਹੈ। ਮਾਝ ਰਾਗ 'ਚ ਹਰ ਮਹੀਨੇ ਪੜ੍ਹੀ ਜਾਣ ਵਾਲੀ ਬਾਣੀ ਦਾ ਨਾਂ? 12ਵਾਂ। ਠੀਕ ਹੈ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਕਾਨੂੰਨ ਦੇ ਤਹਿਤ ਸ਼ਹੀਦ ਕਰਨ ਦਾ ਹੁਕਮ ਦਿੱਤਾ? ਸਿਆਸਤ ਤੇ ਜਾਸਾ। ਸਿਆਸਤ ਤੇ ਜਾਸਾ। ਵੈਰੀ ਗੁੱਡ, ਵੈਰੀ ਗੁੱਡ। ਦੁਆਬੇ 'ਚ ਗੁਰੂ ਸਾਹਿਬ ਨੇ ਇੱਕ ਨਵਾਂ ਸਥਾਨ ਬਣਾਇਆ ਸੀ, ਸ਼ਹਿਰ ਵਸਾਇਆ ਸੀ, ਜਿੱਥੇ ਗੁਰਦੁਆਰਾ ਗੰਗਸਰ ਸਾਹਿਬ ਹੈ। ਕਰਤਾਰਪੁਰ ਸਾਹਿਬ। ਕਰਤਾਰਪੁਰ, ਜਿਹੜਾ ਜਲੰਧਰ ਦੇ ਲਾਗੇ। ਠੀਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਕਿਹੜੇ ਗੁਰੂ ਸਾਹਿਬ ਦੀ ਆ? ਗੁਰੂ ਅਰਜਨ ਸਾਹਿਬ। ਗੁਰੂ ਅਰਜਨ ਸਾਹਿਬ ਜੀ ਦੀ। ਠੀਕ ਹੈ। ਇਹ ਪਿਰਥੀ ਚੰਦ ਨੇ ਹਰਮੰਦਰ ਸਾਹਿਬ ਦੇ ਮੁਕਾਬਲੇ ਤੇ ਕਿਹੜਾ ਸਥਾਨ ਬਣਾਇਆ ਸੀ? ਦੁੱਖ ਨਿਵਾਰਨ। ਕਿਹੜੀ ਜਗ੍ਹਾ ਸੀ ਇਹ? ਇਹ ਪਿੰਡ ਹੇਰ। ਪਿੰਡ ਹੇਰ। ਹਾਂਜੀ। ਇਹ 2 ਪੁਆਇੰਟਸ ਨੇ ਜੀ ਇਹਦੇ। ਇਹ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਕਿਹੜੇ ਸਾਲ 'ਚ ਮਿਲੀ ਸੀ? ਉਹਨਾਂ 1581 ਵਿੱਚ। 1581 ਵਿੱਚ। ਠੀਕ ਹੈ। ਅੰਮ੍ਰਿਤਸਰ ਦੇ ਵਿੱਚ ਆਪ ਜੀ ਵੱਲੋਂ ਬਣਵਾਏ ਹੋਏ ਜਿਹੜਾ ਗੁਰਦੁਆਰਾ ਸੀ, ਉਹਦਾ ਕੀ ਨਾਂ ਸੀ? ਹਰਮੰਦਰ ਸਾਹਿਬ। ਹਰਮੰਦਰ ਸਾਹਿਬ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਸਮੇਂ, ਤੁਹਾਡਾ ਸਮਾਂ ਮੁੱਕ ਗਿਆ ਪਰ ਮੈਂ ਸਵਾਲ ਸ਼ੁਰੂ ਕਰਤਾ, ਹੁਣ ਤੁਸੀਂ ਸਵਾਲ ਤੁਹਾਡਾ ਆਏਗਾ। ਗੁਰੂ ਅਰਜਨ ਦੇਵ ਦੀ ਸ਼ਹੀਦੀ ਸਮੇਂ ਇੱਕ ਪੀਰ ਸਾਈਂ ਨੇ ਹਾਂ ਦਾ ਨਾਰਾ ਮਾਰਿਆ ਸੀ, ਉਹਦਾ ਕੀ ਨਾਂ ਸੀ? ਸਾਈਂ ਪੀਆ ਮੀਆਂ ਮੀਰ ਜੀ। ਸਾਈਂ ਮੀਆਂ ਮੀਰ ਜੀ। ਹਾਂਜੀ। ਬਹੁਤ ਧੰਨਵਾਦ ਤੁਹਾਡਾ ਗਿਆਨੀ ਜੀ। ਹਾਂਜੀ। ਤੁਸੀਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਅੱਜ ਕੀ। ਬਹੁਤ ਵਧੀਆ ਰਿਹਾ ਤੁਹਾਡਾ। ਤੁਸੀਂ ਵਾਪਸ ਆਪਣੀ ਜਗ੍ਹਾ ਤੇ ਆ ਜਾਓ। ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਭਾਈ ਸਤਨਾਮ ਸਿੰਘ ਜੀ, ਜਿਹੜੇ ਵੈਨਸਫੀਲਡ ਤੋਂ ਆਏ ਨੇ। ਆਓ ਜੀ ਸਤਨਾਮ ਸਿੰਘ ਜੀ। ਸਵਾਗਤ ਹੈ ਤੁਹਾਡਾ ਦੁਬਾਰਾ। ਥੈਂਕ ਯੂ ਜੀ, ਧੰਨਵਾਦ। ਮੁਕਾਬਲਾ ਤਿੱਖਾ ਹੋਈ ਜਾਂਦਾ ਹੈ। ਬਿਲਕੁਲ ਜੀ। ਤਿਆਰ ਹੋ ਤੁਸੀਂ? ਤਿਆਰ ਹੀ ਆ ਜੀ। ਕਰੀਏ ਸ਼ੁਰੂ ਫਿਰ ਆਪਾਂ। ਬਿਲਕੁਲ ਜੀ। ਲਓ ਜੀ, ਤੁਹਾਡਾ ਫਿਰ ਸਮਾਂ ਸ਼ੁਰੂ ਹੁੰਦਾ ਹੈ ਹੁਣ। ਵਾਹਿ ਗੁਰੂ ਅਰਜਨ ਦੇਵ ਦਾ ਜਨਮ ਕਿੱਥੇ ਹੋਇਆ? ਪ੍ਰਕਾਸ਼ ਕਿੱਥੇ ਹੋਇਆ? ਗੋਇੰਦਵਾਲ ਸਾਹਿਬ ਵਿਖੇ। ਗੋਇੰਦਵਾਲ। ਬਾਬਾ ਪਿਰਥੀ ਚੰਦ ਕੌਣ ਸੀ? ਉਹਨਾਂ ਦੇ ਭਰਾ ਦਾ ਸਾਹਿਬ ਸੀ। ਵੱਡਾ ਭਰਾ ਸੀ ਉਹਨਾਂ ਬੜਾ ਦਾ। ਭਾਈ। ਆਪ ਜੀ ਦਾ ਵਿਆਹ ਕਿੱਥੇ ਹੋਇਆ ਸੀ? ਮੋ ਪਿੰਡ ਮੌ ਸਾਹਿਬ। ਕਲੌਰ ਤਹਿਸੀਲ। ਸਰੋਵਰ, ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਸੀ, ਉਹਦਾ ਨਾਂ ਕੀ ਸੀ? ਹਰਮੰਦਰ ਸਾਹਿਬ। ਹਰਮੰਦਰ ਸਾਹਿਬ। ਠੀਕ ਹੈ। ਸੱਤੇ ਬਲਵੰਡ ਦੀ ਵਾਰ ਦੀਆਂ ਕੁੱਲ ਕਿੰਨੀਆਂ ਪੌੜੀਆਂ? 8 ਪੌੜੀਆਂ ਜੀ। ਜਦੋਂ ਆਦਿ ਬੀਰ ਦਾ ਪ੍ਰਕਾਸ਼ ਹਰਮੰਦਰ ਸਾਹਿਬ ਕੀਤਾ ਗਿਆ, ਪਹਿਲੇ ਗ੍ਰੰਥੀ ਸਾਹਿਬ ਕੌਣ ਸਨ? ਇਹ ਬਾਬਾ ਬੁੱਢਾ ਜੀ। ਆਪ ਜੀ ਨੇ ਮਾਝੇ ਦੇ ਵਿੱਚ ਕਿਹੜਾ ਨਵਾਂ ਸ਼ਹਿਰ ਵਸਾਇਆ ਸੀ? ਇੱਕ ਕਰਤਾਰਪੁਰ ਸਾਹਿਬ ਜੀ। ਨਹੀਂ, ਮਾਝੇ ਦੇ ਵਿੱਚ ਤਰਨਤਾਰਨ ਸਾਹਿਬ। ਤਰਨਤਾਰਨ। ਜੀ, ਠੀਕ ਹੈ।
ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਬਚਪਨ 'ਚ ਕਿਹੜੀ ਬਿਮਾਰੀ ਲੱਗੀ ਸੀ? ਚੇਚਕ ਦੀ। ਚੇਚਕ ਦਾ ਹੋਰ ਨਾਂ ਕੀ ਹੈ? ਸੀਤਲਾ। ਸੀਤਲਾ। ਹਾਂ, ਠੀਕ ਹੈ ਤੁਹਾਡਾ ਜਵਾਬ। ਲਾਹੌਰ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਯਾਦ ਵਿੱਚ ਇੱਕ ਬਹੁਤ ਮਸ਼ਹੂਰ ਗੁਰਦੁਆਰਾ ਸਾਹਿਬ ਹੈ, ਡੇਰਾ ਸਾਹਿਬ। ਡੇਰਾ ਸਾਹਿਬ। ਗੁਰੂ ਜੀ ਦੇ ਦਰਬਾਰ ਦੇ ਵਿੱਚ ਭੱਟ ਕਿਹੜੀ ਜਗ੍ਹਾ ਤੇ ਆਏ ਸੀ? ਪਟ ਗੁਰੂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ ਵਿੱਚ ਜਦੋਂ ਭੱਟ ਆਏ ਨੇ, ਜੀ ਜੀ ਉਹ ਕਿਹੜੀ ਜਗ੍ਹਾ ਸੀ ਉਸ ਵੇਲੇ ਗੁਰੂ ਅਰਜਨ ਦੇਵ ਜੀ? ਦਰਬਾਰ ਅੰਮ੍ਰਿਤਸਰ। ਸ਼ੋਰ ਨਹੀਂ, ਮੈਂ ਗੋਇੰਦਵਾਲ ਸਾਹਿਬ। ਸੋਚ ਲਓ ਇੱਕ ਵਾਰੀ, ਚਲੋ ਇਹਨੂੰ ਪਾਸ ਹੀ ਕਰ ਦਿਓ, ਪਾਸ ਕਰ ਦਿੰਦੇ ਅੱਗੇ ਹਾਂ। ਚਲੋ। ਪਿਰਥੀ ਚੰਦ ਦੇ ਕਿਹੜੇ ਪੁੱਤ ਨੇ ਨਾਨਕ ਸ਼ਬਦ ਵਰਤ ਕੇ ਨਕਲੀ ਬਾਣੀ ਉਚਾਰੀ ਸੀ? ਉਹਦਾ ਨਾਮ ਸੀਗਾ, ਚਲੋ ਮੈਂ ਬਾਅਦ ਚ ਦੱਸਾਂਗਾ, ਇਹਨੂੰ ਪਾਸ ਕਰ ਦਿਓ। ਠੀਕ ਹੈ। ਬਾਬਾ ਪਿਰਥੀ ਚੰਦ ਨੇ ਅਕਬਰ ਦੇ ਦਰਬਾਰ ਦੇ ਵਿੱਚ ਕਿਹੜੇ ਬ੍ਰਾਹਮਣ ਰਾਹੀਂ ਸ਼ਿਕਾਇਤਾਂ ਕਰਵਾਈਆਂ ਸੀ? ਚੰਦੂ ਚੰਦੂ ਨਹੀਂ। ਟਾਈਮ ਹੋ ਗਿਆ, ਹੁਣ ਕਾਹਲੀ ਨਹੀਂ ਕਰਨ ਦੀ ਲੋੜ। ਉਹ ਬ੍ਰਾਹਮਣ ਬੜਾ ਮਸ਼ਹੂਰ ਸੀਗਾ ਅਕਬਰ ਦੇ ਦਰਬਾਰ ਦੇ ਵਿੱਚ, ਹਾਂਜੀ। ਬਹੁਤ ਮਜ਼ਾਕੀਆ ਸੀ ਉਹ। ਜੀ। ਕੀ ਨਾਮ ਸੀ ਉਹਦਾ? ਜ਼ਿਆਦਾ ਚੰਦੂ ਵੀ ਵੈਸੇ ਬ੍ਰਾਹਮਣ ਚ ਆਉਂਦਾ, ਪਰ ਬ੍ਰਾਹਮਣ ਨਹੀਂ, ਦਾ ਚੰਦੂ ਖੱਤਰੀ ਸੀਗਾ। ਨਹੀਂ, ਹਾਂਜੀ, ਮੈਨੂੰ ਉਹਦਾ ਨਾਂ ਨਹੀਂ ਪਤਾ ਜੀ। ਠੀਕ ਹੈ। ਹਾਂਜੀ। ਬੀਰਬਲ ਸੀ ਉਹ। ਬੀਰਵਾਲ, ਉਹ ਹੀ ਬੀਰਬਲ ਸੀਗਾ। ਹਾਂਜੀ ਹਾਂਜੀ। ਇਹ ਪਿਰਥੀ ਚੰਦ ਦਾ ਪੁੱਤਰ ਸੀ ਮਿਹਰਵਾਨ। ਮਿਹਰਵਾਨ, ਹਾਂਜੀ। ਮੀਨੇ ਰਲਾ ਪਾਉਣ ਵਾਲਾ ਲੱਗ ਹਾਂ, ਮਿਹਰਵਾਨ ਨੇ ਨਾਨਕ ਸ਼ਬਦ ਵਰਤ ਕੇ ਹਾਂਜੀ ਹਾਂਜੀ ਨਕਲੀ ਬਾਣੀ ਜਿਹੜੀ ਹੈ ਪਿਰਥੀ ਦਾ ਉਹ ਉਚਾਰਨ ਕੀਤੀ ਸੀ। ਪਿਰਥੀ ਚੰਦ ਨੇ ਜਿਹੜਾ ਨਕਲੀ ਗੁਰਦੁਆਰਾ ਬਣਾਇਆ, ਜੀ ਹਾਂਜੀ, ਦੁੱਖ ਨਿਵਾਰਨ ਹੇਰੀ ਪਿੰਡ ਆਪਣੇ ਸਹੁਰੀ, ਹਾਂਜੀ ਹਾਂਜੀ ਉੱਥੇ ਮੈਨੂੰ ਗੱਦੀ ਲਾ ਕੇ ਬਿਠਾ ਲਿਆ ਤੇ ਉੱਥੇ ਨਾਨਕ ਸ਼ਬਦ ਵਰਤ ਕੇ ਜੀ ਇਹਨੇ ਬਾਣੀ ਉਚਾਰਨ ਕੀਤੀ। ਤੇ ਮਿਹਰਵਾਨ ਦਾ ਪੁੱਤ ਸੀ ਹਰਜੀ, ਜੀ, ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਆਏ ਨੇ ਹਰਮੰਦਰ ਸਾਹਿਬ, ਹਾਂਜੀ ਹਾਂਜੀ ਤੇ ਉਹ ਹਰਮੰਦਰ ਸਾਹਿਬ ਦੇ ਕਵਾੜ ਬੰਦ ਕਰਕੇ ਦੌੜ ਗਿਆ ਸੀ। ਉਹ ਪਿਰਥੀ ਚੰਦ ਦਾ ਪੋਤਰਾ ਸੀ। ਬਹੁਤ ਧੰਨਵਾਦ ਗਿਆਨੀ ਜੀ ਤੁਹਾਡਾ। ਸਾਨੂੰ ਵੀ ਕੁਝ ਸਿੱਖਣ ਨੂੰ ਮਿਲਿਆ, ਧੰਨਵਾਦ। ਬਿਲਕੁਲ, ਆਪਾਂ ਨੂੰ ਸਾਰਿਆਂ ਨੂੰ ਸਿੱਖਣ ਨੂੰ ਮਿਲਦਾ। ਠੀਕ ਹੈ ਜੀ। ਹਾਂਜੀ। ਏਸੀ ਸਾਧ ਸਤਨਾਮ ਸਿੰਘ ਜੀ ਬੈਂਸਫੀਲਡ ਤੋਂ। ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਭਾਈ ਤੇਜਿੰਦਰ ਸਿੰਘ ਜੀ ਨੂੰ, ਜਿਹੜੇ ਡਡਲੀ ਤੋਂ ਆਏ ਨੇ। ਆਓ ਜੀ। ਤੇਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ, ਸਵਾਗਤ ਹੈ ਦੁਬਾਰਾ ਫਿਰ। ਤਿਆਰ ਹੋ ਤੁਸੀਂ? ਹਾਂਜੀ ਤਿਆਰ। ਕਰੀਏ ਸ਼ੁਰੂ ਗੁਰੂ ਅਰਜਨ ਸਾਹਿਬ ਦਾ ਜੀਵਨ? ਹਾਂਜੀ ਕਰੋ ਜੀ। ਹਾਂਜੀ, ਲਓ ਜੀ, ਤੁਹਾਡਾ ਫਿਰ ਟਾਈਮ ਸ਼ੁਰੂ ਹੁੰਦਾ ਹੈ ਹੁਣ। ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਕਿਹੜੇ ਸੰਨ 'ਚ ਹੋਇਆ ਸੀ? ਉਹਨਾਂ ਦਾ 1563 ਵਿੱਚ। 1563, ਠੀਕ ਹੈ। ਗੁਰੂ ਹਰਗੋਬਿੰਦ ਸਾਹਿਬ ਨਾਲ ਉਹਨਾਂ ਦਾ ਕੀ ਰਿਸ਼ਤਾ ਸੀ? ਉਹਨਾਂ ਦੇ ਪਿਤਾ ਜੀ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਪਿਤਾ ਜੀ ਸੀ, ਠੀਕ ਹੈ। ਗੁਰੂ ਅਰਜਨ ਸਾਹਿਬ ਜੀ ਦੀ ਧਰਮ ਪਤਨੀ ਦਾ ਕੀ ਨਾਂ ਸੀ? ਮਾਤਾ ਗੰਗਾ ਜੀ। ਮਾਤਾ ਗੰਗਾ ਜੀ, ਠੀਕ ਹੈ। ਹਰਮੰਦਰ ਸਾਹਿਬ ਦੀ ਨੀਂਹ ਕਿਹਨੇ ਰੱਖੀ ਸੀ? ਸਾਈਂ ਮੀਆਂ ਮੀਰ ਨੇ। ਪਿਰਥੀ ਚੰਦ ਲਾਹੌਰ ਤੋਂ ਕਿਹੜੇ ਫੌਜਦਾਰ ਨੂੰ ਫੌਜ ਲੈ ਕੇ ਹਰਮੰਦਰ ਸਾਹਿਬ ਤੇ ਚੜ੍ਹਾਈ ਕਰਨ ਵਾਸਤੇ ਲੈ ਕੇ ਆਇਆ ਸੀ? ਸੁਲਹੀ ਖਾਨ। ਠੀਕ ਹੈ। ਆਦਿ ਬੀੜ ਦੀ ਲਿਖਾਈ ਕਿਹਦੇ ਪਾਸੋਂ ਕਰਵਾਈ ਸੀ? ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ। ਭਾਈ ਮੰਝ ਕੌਣ ਸੀ? ਇਹਨਾਂ ਦੇ ਅਨੰਨ ਸੇਵਕ ਸੀ ਜੀ ਪੰਜਵੇਂ ਪਾਤਸ਼ਾਹ ਜੀ, ਤੇ ਉਹਦਾ ਸਖੀ ਸਰਵਰ ਨੂੰ ਮੰਨਦੇ ਸੀ ਠੀਕ ਹੈ, ਪਹਿਲਾਂ। ਠੀਕ ਹੈ। ਅੰਮ੍ਰਿਤਸਰ ਦੇ ਵਿੱਚ ਆਪ ਜੀ ਵੱਲੋਂ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਦੀ ਤਾਮੀਰ ਕੀਤੀ ਗਈ, ਉਹਦਾ ਕੀ ਨਾਂ ਸੀ? ਸ਼੍ਰੀ ਹਰਿਮੰਦਰ ਸਾਹਿਬ ਜੀ। ਠੀਕ ਹੈ। ਆਪ ਜੀ ਨੇ ਜਿਹੜਾ ਇਹਨਾਂ ਦੇ ਭਰਾ ਪਿਰਥੀ ਚੰਦ ਨੇ ਗੁਰਦੁਆਰਾ ਬਣਾਇਆ ਦੁੱਖ ਨਿਵਾਰਨ, ਹਾਂਜੀ। ਉਹ ਕਿਹੜੀ ਜਗ੍ਹਾ ਸੀ? ਉਹ ਹੇਰੀ ਸੀ ਜੀ, ਉਹਦੇ ਸਹੁਰੇ ਘਰ। ਠੀਕ ਹੈ। ਪਿਰਥੀ ਚੰਦ ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਾਸਤੇ ਵੀ ਆਪਣਾ ਕੋਈ ਪਾਰਟ ਪਲੇ ਕੀਤਾ ਸੀ? ਹਾਂਜੀ, ਬਹੁਤ ਜੀ ਕੀਤਾ ਸੀ। ਠੀਕ ਹੈ। ਜਿਹੜਾ ਚੰਦੂ ਸੀਗਾ ਉਹ ਕੌਣ ਸੀ? ਚੰਦੂ ਉਹਨਾਂ ਦੇ ਦਰਬਾਰੀ ਸੀਗਾ ਜਹਾਂਗੀਰ ਦੇ। ਚੰਦੂ ਜਿਹੜਾ ਸੀ ਉਹਦੇ ਨਾਲ, ਉਹਦੀ ਲੜਕੀ ਦੇ ਨਾਲ ਛੇਵੇਂ ਪਾਤਸ਼ਾਹ ਜੀ ਦਾ ਰਿਸ਼ਤਾ ਕਰਨ ਤੋਂ ਨਾ ਕਰਤੀ ਸੀ। ਠੀਕ ਹੈ। ਇਸ ਕਰਕੇ ਚੰਦੂ ਲਾਹੌਰ ਦਰਬਾਰ ਦੇ ਵਿੱਚ ਇੱਕ ਮੁਲਾਜ਼ਮ ਸੀ, ਮੁਲਾਜ਼ਮ ਸੀ। ਇੱਕ ਖੱਤਰੀ ਮੁਲਾਜ਼ਮ ਸੀ। ਜਿਹੜਾ ਉਹਨਾਂ ਦਾ ਇੱਕ ਸਵਾਲ ਤੁਹਾਨੂੰ ਦੁਬਾਰਾ ਪੁੱਛਣਾ ਪਹਿਲਾਂ ਆ ਚੁੱਕਾ ਹੈ। ਹਾਂਜੀ। ਸਮਾਂ ਮੁੱਕ ਗਿਆ ਤੁਹਾਡਾ। ਗੁਰੂ ਅਰਜਨ ਸਾਹਿਬ ਨੂੰ ਜਹਾਂਗੀਰ ਨੇ ਜਿਹੜੀ ਸਜ਼ਾ ਦਿੱਤੀ ਯਾਸਾ ਤੇ ਸਿਆਸਤ ਦੇ ਕਾਨੂੰਨ ਤਹਿਤ, ਹਾਂਜੀ। ਉਹਦਾ ਹਵਾਲਾ ਜਹਾਂਗੀਰ ਨੇ ਕਿੱਥੇ ਲਿਖਿਆ ਹੈ?
ਪਾਸ ਜੀ। ਜਹਾਂਗੀਰ ਨੇ ਆਪਣੇ ਹਾਂਜੀ। ਹੱਥੀਂ ਉਹ ਲਿਖਿਆ ਕਿ ਮੈਂ ਇਹਨਾਂ ਨੂੰ ਯਾਸਾ ਤੇ ਸਿਆਸਤ ਦੇ ਕਾਨੂੰਨ ਤਹਿਤ ਸਜ਼ਾ ਦਿੱਤੀ ਹੈ। ਉਹ ਕਿੱਥੇ ਲਿਖਿਆ ਸੀ ਉਹਨੇ? ਹੈ ਤੁਹਾਨੂੰ ਧਿਆਨ? ਨਹੀਂ, ਨਹੀਂ ਉਹ ਤੁਜ਼ਕੇ ਜਹਾਂਗੀਰੀ, ਓਕੇ। ਜਹਾਂਗੀਰ ਦੀ ਆਪਣੀ ਡਾਇਰੀ ਡਾਇਰੀ ਉਹਨੇ ਆਪਣੇ ਹੱਥ ਦੇ ਨਾਲ ਦਰਜ ਕੀਤਾ ਸੀ ਕਿ ਮੈਂ ਇਸ ਦੁਕਾਨ ਨੂੰ ਬੰਦ ਕਰਨ ਵਾਸਤੇ ਯਾਸਾ ਤੇ ਸਿਆਸਤ ਦੇ ਕਾਨੂੰਨ ਤਹਿਤ ਇਹਨਾਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਬਹੁਤ ਧੰਨਵਾਦ ਤੁਹਾਡਾ ਜੀ। ਆਓ ਜੀ ਵਾਪਸ ਆਪਣੀ ਜਗ੍ਹਾ ਤੇ। ਇਹਦੇ ਨਾਲ ਸਾਡਾ ਕੰਪਲੀਟ ਹੁੰਦਾ ਦੂਸਰਾ ਰਾਊਂਡ। ਹੁਣ ਤੀਸਰਾ ਜਿਹੜਾ ਰਾਊਂਡ ਆ ਅੱਜ ਦਾ ਇਸ ਗਰੁੱਪ ਦਾ, ਉਹ ਹੈ ਸਿੱਖ ਰਹਿਤ ਮਰਿਆਦਾ। ਬੇਸ਼ੱਕ ਕਿਸੇ ਦਾ ਕੋਈ ਵੱਖਰਾ ਵੱਖਰਾ ਵਿਸ਼ਵਾਸ ਹੋ ਸਕਦਾ ਹੈ, ਪਰ ਸਿੱਖ ਚੈਨਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅਸੀਂ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਹੋਏ ਫੈਸਲੇ ਜਿਹੜੇ ਨੇ ਉਹਨੂੰ ਹੀ ਪੰਥਕ ਫੈਸਲੇ ਸਵੀਕਾਰ ਕਰਦੇ ਹਾਂ। ਅੱਜ ਦੇ ਸਾਡੇ ਸਾਰੇ ਸਵਾਲ ਪੰਥ ਪ੍ਰਵਾਨਿਤ ਰਹਿਤ ਮਰਿਆਦਾ, ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਬਲਿਸ਼ ਕੀਤਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨੂੰ ਲਾਗੂ ਕੀਤਾ ਗਿਆ ਹੈ, ਉਹਦੇ ਨਾਲ ਸੰਬੰਧਿਤ ਹੋਣਗੇ। ਸਭ ਤੋਂ ਪਹਿਲਾਂ ਮੈਂ ਸੱਦਾ ਦੇਣ ਜਾ ਰਿਹਾ ਸਰ ਗੁਰਮੁਖ ਸਿੰਘ ਜੀ ਨੂੰ। ਆਓ ਜੀ। ਸਰ ਸਾਹਿਬ ਤਿਆਰ ਹੋ ਤੁਸੀਂ? ਹਾਂਜੀ ਬਿਲਕੁਲ ਕਰੀਏ ਸ਼ੁਰੂ ਫਿਰ ਆਪਾਂ? ਜੀ ਬਿਲਕੁਲ। ਚਲੋ ਲਓ ਜੀ, ਤੁਹਾਡਾ ਫਿਰ ਸਮਾਂ ਸ਼ੁਰੂ ਹੁੰਦਾ ਹੈ ਹੁਣ। ਸਿੱਖ ਰਹਿਤ ਮਰਿਆਦਾ ਮੁਤਾਬਕ ਸਿੱਖ ਦੀ ਰਹਿਣੀ ਕਿੰਨੇ ਕਿਸਮ ਦੀ ਹੈ? 2 ਕਿਸਮ ਦੀ। ਠੀਕ ਹੈ। ਨਿਤਨੇਮ ਦੀਆਂ ਘੱਟ ਤੋਂ ਘੱਟ ਬਾਣੀਆਂ ਦੀ ਗਿਣਤੀ ਟੋਟਲ? ਅੰਮ੍ਰਿਤ ਵੇਲੇ 5 ਬਾਣੀਆਂ ਨਹੀਂ, ਘੱਟ ਰਹਿਤ ਮਰਿਆਦਾ ਦੇ ਮੁਤਾਬਕ ਘੱਟ ਤੋਂ ਘੱਟ ਪੂਰੇ ਨਿਤਨੇਮ ਦੀਆਂ ਕਿੰਨੀਆਂ ਬਾਣੀਆਂ ਨੇ? 3 ਬਾਣੀਆਂ ਸਵੇਰ ਨੂੰ ਪੜ੍ਹਦੇ ਨੇ। ਟੋਟਲ ਦੱਸਣਾ ਸਿਰਫ ਤੁਸੀਂ। 5 ਬਾਣੀਆਂ। 5, ਠੀਕ ਹੈ। ਹਰ ਸਿੱਖ ਨੇ ਘੱਟ ਤੋਂ ਘੱਟ ਪੂਰੀ ਅਰਦਾਸ ਦਿਨ 'ਚ ਕਿੰਨੀ ਵਾਰੀ ਕਰਨੀ ਆ? ਅਰਦਾਸ ਤਾਂ ਬੇਨਤੀ ਹੈ, ਜਿੰਨੀ ਵਾਰੀ ਮਰਜ਼ੀ ਕਰ ਸਕਦਾ। ਪੂਰੀ ਅਰਦਾਸ, ਹਾਂਜੀ। ਪੂਰੀ ਅਰਦਾਸ ਭਰੀ ਪ੍ਰਿਥ ਸੰਗਤ- ਭਗਉਤੀ ਤੋਂ ਲੈ ਕੇ, ਨਹੀਂ, ਇੱਕ ਹਰ ਸਿੱਖ ਨੇ ਪੂਰੀ ਅਰਦਾਸ ਦਿਨ ਦੇ ਵਿੱਚ ਘੱਟ ਤੋਂ ਘੱਟ ਕਿੰਨੀ ਵਾਰੀ ਕਰਨੀ ਆ? ਨਿਤਨੇਮ ਵੇਲੇ ਕਰਨੀ ਚਾਹੀਦੀ ਹੈ ਜੀ। ਕਿੰਨੀ ਵਾਰੀ ਹੋਗੀ ਫਿਰ? 1 ਵਾਰੀ ਜੀ। ਨਹੀਂ, ਸ਼ਾਮ ਨੂੰ ਵੀ ਕਰ ਸਕਦਾ ਜੀ। ਕਿੰਨੀ ਵਾਰੀ ਕਰਨੀ ਅਰਦਾਸ? ਤੁਸੀਂ ਮੈਨੂੰ ਕਰ ਸਕਦਾ ਨਹੀਂ, ਇੱਕ ਜਵਾਬ ਦੇਣਾ ਤੁਸੀਂ ਮੈਨੂੰ। ਇੱਕ ਵਾਰੀ ਜਾਂ 2 ਵਾਰੀ? 2 ਵਾਰੀ। 2 ਵਾਰੀ। 2 ਵਾਰੀ ਜਵਾਬ ਤੁਹਾਡਾ ਸਹੀ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੇ ਗ੍ਰੰਥ ਦਾ ਪ੍ਰਕਾਸ਼ ਹੋ ਸਕਦਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਕਿਹੜੀ ਜਗ੍ਹਾ ਤੋਂ ਲੈਣ ਦੀ ਲੋੜ ਹੈ? ਇਹ ਪਹਿਲੋਂ ਆਪਾਂ ਸ਼ਬਦ ਨੂੰ ਦੇਖਣਾ ਕਿ ਕਿੱਧਰੋਂ ਚੱਲਦਾ ਹੈ ਜੀ। ਹਾਂਜੀ। ਜੇ ਪਿੱਛੋਂ ਚੱਲਦਾ ਹੈ ਤਾਂ ਪਤਰਾਸੀ ਪਲਟਣਾ ਹੈ। ਮਤਲਬ ਖੱਬੇ ਪਾਸੇ ਉੱਪਰੋਂ ਹਾਂਜੀ ਚੱਲਦਾ ਪਹਿਲਾਂ- ਸ਼ਬਦ ਜਿਹੜਾ ਉਹ ਲੈਣਾ। ਠੀਕ ਹੈ। ਹਾਂਜੀ। ਸੰਗਤ ਦੇ ਵਿੱਚ ਪਾਠ, ਕੀਰਤਨ, ਕਥਾ ਕੌਣ ਕਰ ਸਕਦਾ ਹੈ? ਨਿਤਨੇਮੀ ਗੁਰਸਿੱਖ ਜਿਹੜਾ ਜੀ। ਪਾਠ, ਕਥਾ, ਹਾਂਜੀ। ਕੀਰਤਨ, ਵਿਖਿਆਨ ਹਾਂਜੀ। ਜਾਂ ਕਿਸੇ ਕਿਸਮ ਦਾ ਉਪਦੇਸ਼ ਕੌਣ ਕਰ ਸਕਦਾ ਹੈ? ਅੰਮ੍ਰਿਤਧਾਰੀ ਸਿੰਘ ਕਰ ਸਕਦਾ। ਅੰਮ੍ਰਿਤਧਾਰੀ ਸਿੱਖ ਜਾਂ ਸਿੱਖਣੀ, ਹਾਂਜੀ ਦੋਨੋਂ ਹੀ। ਠੀਕ ਹੈ ਜੀ। ਠੀਕ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਗੈਰ ਹੋਰ ਕਿਹੜੀ ਚੀਜ਼ ਜ਼ਰੂਰੀ ਹੈ? ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਨਹੀਂ, ਤੁਹਾਡਾ ਸਮਾਂ ਮੁੱਕ ਗਿਆ, ਹੁਣ ਤੁਸੀਂ ਆਰਾਮ ਨਾਲ ਜਵਾਬ ਦੇ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ, ਗੁਰੂ ਗ੍ਰੰਥ ਸਾਹਿਬ ਤਾਂ ਹੈ ਹੀ, ਹਾਂਜੀ। ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਵਿੱਚ ਮਤਲਬ ਹਾਲ ਦੇ ਅੰਦਰ ਨਹੀਂ, ਸਿਰਫ ਗੁਰਦੁਆਰਾ ਸਾਹਿਬ ਦੇ ਕੰਪਾਊਂਡ ਦੇ ਵਿੱਚ ਹੋਰ ਕਿਹੜੀ ਚੀਜ਼ ਲਾਜ਼ਮੀ ਹੈ? ਨਿਸ਼ਾਨ ਸਾਹਿਬ ਜੀ। ਨਿਸ਼ਾਨ ਸਾਹਿਬ। ਹਾਂਜੀ। ਠੀਕ ਹੈ ਤੁਹਾਡਾ ਜਵਾਬ। ਪੂਰੀ ਅਰਦਾਸ ਜਿਹੜੀ ਹੈ ਘੱਟ ਤੋਂ ਘੱਟ ਨਿਤਨੇਮ ਤੋਂ ਬਾਅਦ ਹਾਂਜੀ। ਸਵੇਰੇ ਸ਼ਾਮ ਕਰਨੀ ਹੈ ਤੇ ਉੱਦਾਂ ਤਾਂ ਜਦੋਂ ਮਰਜ਼ੀ ਕਰੋ ਤੁਸੀਂ। ਹਾਂਜੀ। ਸੋਹਲੇ ਦਾ ਪਾਠ ਕਰਨ ਤੋਂ ਬਾਅਦ ਜਿਹੜਾ ਫੈਸਲਾ ਹੈ ਹਾਂਜੀ। ਉਹ ਸੰਖੇਪ ਅਰਦਾਸ ਹੈ। ਸੰਖੇਪ। ਠੀਕ ਹੈ ਜੀ। ਸਵੇਰ ਦਾ ਨਿਤਨੇਮ ਤੇ ਸੋਦਰ ਰਹਿ ਰਾਸ ਦੇ ਪਾਠ ਤੋਂ ਬਾਅਦ ਪੂਰਨ ਜਿਹੜੀ ਪ੍ਰਥਮ ਭਗਉਤੀ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਤੱਕ ਉਹ ਅਰਦਾਸ ਪੂਰੀ ਸਿੱਖ ਨੇ ਕਰਨੀ ਹੈ। ਸਮਾਗਮਾਂ ਦੇ ਵਿੱਚ ਵੱਖਰੀ ਜਿਹੜੀ ਹੈ ਉਹ ਵੱਖਰੀ ਗੱਲ ਹੈ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਵਾਪਸ ਆਪਣੇ ਅਰਦਾਸ। ਹੁਣ ਸਾਡੇ ਕੋਲ ਆ ਰਹੇ ਨੇ ਭਾਈ ਮਨਜੀਤ ਸਿੰਘ ਜੀ ਬਲਵੰਟਨ ਤੋਂ।
ਗਿਆਨੀ ਸਵਾਗਤ ਹੈ ਤੁਹਾਡਾ ਦੁਬਾਰਾ ਫੇਰ। ਤਿਆਰ ਹੋ ਤੁਸੀਂ? ਹਾਂਜੀ ਸਿੱਖ ਰਹਿਤ ਮਰਿਆਦਾ ਜੀ ਕਰੀਏ ਸ਼ੁਰੂ ਫਿਰ ਆਪਾਂ। ਹਾਂਜੀ। ਲਓ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ। ਰਹਿਤ ਮਰਿਆਦਾ ਸਿੱਖ ਦੀਆਂ ਦੋ ਕਿਸਮ ਦੀਆਂ ਰਹਿਣੀਆਂ ਨੇ, ਕਿਹੜੀ ਕਿਹੜੀ ਆ? ਪੰਥਕ ਤੇ ਸ਼ਖਸੀ। ਸ਼ਖਸੀ ਤੇ ਪੰਥਕ, ਹਾਂਜੀ। ਠੀਕ ਹੈ। ਸਵੇਰ ਵੇਲੇ ਨਿਤਨੇਮ ਦੀਆਂ ਘੱਟ ਤੋਂ ਘੱਟ ਬਾਣੀਆਂ ਜਿਹੜੀਆਂ ਰਹਿਤ ਮਰਿਆਦਾ 'ਚ, ਉਹਨਾਂ ਦਾ ਕੀ ਨਾਂ ਹੈ? ਜਪਜੀ ਸਾਹਿਬ, ਜਾਪ ਸਾਹਿਬ, ਸਵੇਗੇ। ਠੀਕ ਹੈ। ਹਰ ਸਿੱਖ ਨੇ 2 ਵਾਰੀ ਅਰਦਾਸ ਕਰਨੀ ਆ ਘੱਟ ਤੋਂ ਘੱਟ, ਹਾਂਜੀ। ਕਦੋਂ ਕਰਨੀ ਹੈ? ਸਵੇਰੇ ਨਿਤਨੇਮ ਕਰਕੇ, ਸ਼ਾਮੀ ਰਹਿਰਾਸ ਸਾਹਿਬ ਕਰਕੇ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਵਾਂਗਰਾਂ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਹੋ ਸਕਦਾ ਹੈ? ਨਹੀਂ ਜੀ। ਠੀਕ ਹੈ। ਕੜਾਹ ਪ੍ਰਸ਼ਾਦ ਦੇ ਵਿੱਚ ਕਿਰਪਾਨ ਭੇਟ ਕਦੋਂ ਕਰਨੀ ਹੈ ਪ੍ਰਵਾਨਗੀ ਵਾਸਤੇ? ਵਰਤਾਉਣ ਤੋਂ ਪਹਿਲਾਂ, ਅਰਦਾਸ ਤੋਂ ਬਾਅਦ। ਅਰਦਾਸ ਤੋਂ ਬਾਅਦ, ਠੀਕ ਹੈ। ਕੀ ਬੀਬੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਪਾਠ, ਕੀਰਤਨ, ਕਥਾ, ਬਖਿਆਨ ਦੀ ਸੇਵਾ ਕਰ ਸਕਦੀਆਂ? ਹਾਂਜੀ ਕਰ ਸਕਦੇ। ਠੀਕ ਹੈ। ਨਿਸ਼ਾਨ ਸਾਹਿਬ ਕਿਹੜੇ ਰੰਗ ਦਾ ਹੋ ਸਕਦਾ ਹੈ? ਸੁਰਮਈ ਤੇ ਬਸੰਤੀ। ਸੁਰਮਈ ਤੇ ਬਸੰਤੀ। ਬਸੰਤੀ, ਠੀਕ ਹੈ। ਕੜਾਹ ਪ੍ਰਸ਼ਾਦ ਦੀ ਦੇਗ ਦੀ ਪ੍ਰਵਾਨਗੀ ਸਮੇਂ ਕਿਹੜੀ ਬਾਣੀ ਦਾ ਪਾਠ ਕਰਨਾ ਲਾਜ਼ਮੀ ਅਰਦਾਸ ਤੋਂ ਪਹਿਲਾਂ? ਆਨੰਦ ਸਾਹਿਬ ਦੀਆਂ 5 ਪੌੜੀਆਂ ਪਹਿਲੀਆਂ ਤੇ ਇੱਕ ਆਖਰੀ। 6 ਪੌੜੀਆਂ, ਠੀਕ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਕਿਹਦੀ ਕਥਾ ਨਹੀਂ ਹੋ ਸਕਦੀ? ਹੋਰ ਕਿਸੇ ਧਰਮ ਦੀ। ਹਾਂ, ਅਨੁਮਤੀ ਧਾਰਮਿਕ ਧਰਮ ਦੀ, ਗ੍ਰੰਥਾਂ ਦੀ ਹਾਂਜੀ। ਕਥਾ ਨਹੀਂ ਹੋ ਸਕਦੀ। ਹਾਂਜੀ। ਸਿੱਖ ਆਪਣੇ ਬੱਚਿਆਂ ਦੇ ਨਾਵਾਂ ਦੇ ਪਿੱਛੇ ਹਾਂਜੀ। ਕੀ ਲਾਉਣਾ, ਕੀ ਜ਼ਰੂਰ ਲਾਵੇ? ਸਿੰਘ ਅਤੇ ਕੌਰ। ਸਿੰਘ ਤੇ ਕੌਰ, ਠੀਕ ਹੈ।